परम सत्कारयोग सतगुरां दी साजी निवाजी गुरु रूप प्यारे साध संगत जी, परमात्मा दी मेहर दे नाल आपो अपना प्यार सत्कार लेके गुरु दरबार दे विच सतगुरां दी किरपा दे नाल बैठे हाँ। गुरबाणी नूं पढ़न दा सुनन दा सुभाग समा प्राप्त होया। मनुखता नूं केवल परमेश्वर ने बंदगी करन वास्ते इस देही दी प्राप्ति जिहड़ी है वो बख्शी है। कर बंदे तो बंदगी जिचर घट मह साहो, बंदा नाम बंदगी तो बने है। बंदगी भगती जिहड़ी है ये 9 प्रकार दी भगती मनी है, जिन्हों नौदा भगती भी कहते हैं। मनुख अपनी जिंदगी दे अंदर 9 प्रकार की भगती दे विच लीन होवे ते गुरु साहिब जी महाराज कहते इसका जीवन जिहड़ा है वो विलक्षणता वाला बन जाना है। परमात्मा की सिफत करनी, परमात्मा की सिफत सुननी, परमात्मा के दर ते रहना, परमात्मा के दर ते बैठना, ऐ सारे दे सारे भगती दे विच ही आउंदे ने। ते गुरु साहिब जी महाराज कहते ने कि तेरी जिंदगी का मनोरथ है भगती सिमरन करना। जदों मनुख सिमरन अते बंदगी दे विच लगदा है, फिर जिहड़ियां बाकी दियां वस्तुआं ने अपने आप ही दा खिहड़ा छड्ड दिंदियां ने। क्रोध है, लोभ है, मोह है, अहंकार है, काम है, आशा है, तृष्णा है, इच्छा है, कितनियां वस्तुआं इन्हूं चुंबड़ियां होईयां ने। ये सारी दियां सारियां लांभे हो जांदियां ने। बिना भगती तो मनुख की जिंदगी ते इन्हां दा पूरा राज भाग कायम रहिंदा है। मनुख इको दम भगती भी करदा है, बेईमानी भी करदा है, ठगियां भी करदा है, परमात्मा का नाम भी सिमरन करदा है। पर जिहड़े कर्म दे विच जी ज़्यादा रुचि है, जिहड़े कर्म का ये गाहक है, अक्सर इहदी जिंदगी उधर नूं ज़्यादा चली जाती है। वड्डी गल है परमात्मा के नाम का गाहक बन जाना। ते सारी दी सारी जिंदगी फिर मनुख जिहड़ा है ये कभी भी बेईमानी नहीं करेगा। परमात्मा इसनों करोड़ां रूपां दे विच हो के समझाउंदे ने। 24 अवतार ने और बकायदा
ਜਿਤਨਾ ਕੁਛ ਵੀ ਮਨੁੱਖ ਦੀ ਜੀਵਨ ਕਾਲ ਦੇ ਵਿੱਚ ਆਉਣ ਵਾਲੇ ਸਮੇਂ 'ਚ ਹੋਣਾ ਹੈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਮਨੁੱਖ ਨੂੰ ਅੱਜ ਹੀ ਸਭ ਕੁਝ ਦੱਸ ਰਹੇ ਨੇ ਵਰਤਮਾਨ ਸਮੇਂ ਦੇ ਵਿੱਚ, ਕਿ ਤੂੰ ਕੁਛ ਹੋਰ ਚਾਹੁੰਦਾ, ਪਰਮਾਤਮਾ ਨੂੰ ਮਨਜ਼ੂਰ ਕੁਛ ਹੋਰ ਹੈ। ਤੇ ਪਰਮਾਤਮਾ ਤੇ ਕਿਸੇ ਵੀ ਰੂਪ ਦੇ ਵਿੱਚ ਹੋ ਸਕਦਾ ਹੈ। ਇੱਕ ਮਨੁੱਖ ਨੇ ਪੁਰਾਣੇ ਜ਼ਮਾਨਿਆਂ ਦੇ ਵਿੱਚ ਦੁੱਧ ਦਾ ਕਰਮ ਕਰਦਾ ਸੀ। ਜਿਤਨਾ ਉਹਦੇ ਕੋਲ ਦੁੱਧ ਹੁੰਦਾ ਸੀ ਉਤਨਾ ਉਹਦੇ ਵਿੱਚ ਪਾਣੀ ਪਾ ਲੈਂਦਾ। ਬੇਈਮਾਨੀ ਚੱਲੀ। ਇੱਕ ਦਿਨ ਧਨ ਲੈ ਕੇ ਵਾਪਸ ਆ ਰਿਹਾ ਸੀ, ਰਸਤੇ ਦੇ ਵਿੱਚ ਥੋੜ੍ਹਾ ਰੁਕਿਆ, ਪਾਣੀ ਦੇਖ ਕੇ ਜਿਉਂ ਹੀ ਉਹ ਮਨੁੱਖ ਰੁਕਿਆ, ਆਰਾਮ ਕਰਨ ਬੈਠਾ ਤੇ ਇੱਕ ਦਰਖਤ ਤੋਂ ਜਾਨਵਰ ਆਇਆ ਤੇ ਉਹਦੇ ਧਨ ਵਾਲਾ ਜਿਹੜਾ ਥੈਲਾ ਸੀ ਉਹ ਚੁੱਕ ਕੇ ਦਰਖਤ ਤੇ ਫਿਰ ਚੜ ਗਿਆ। ਉਹ ਬੜਾ ਉਸ ਦੀਆਂ ਮਿੰਨਤਾਂ ਤਰਲੇ ਕਰੇ ਕਿ ਧਨ ਵਾਲਾ ਤੇ ਥੈਲਾ ਹੀ ਲੈ ਗਿਆ, ਕਿਵੇਂ ਨਾ ਕਿਵੇਂ ਮੈਨੂੰ ਧਨ ਵਾਲਾ ਥੈਲਾ ਫੜਾਵੇ। ਜਿਉਂ ਹੀ ਉਸ ਜਾਨਵਰ ਨੇ ਇੱਕ ਧਨ ਦੀ ਮੁੱਠੀ ਭਰਿਆ ਕਰੇ, ਵਗਦੇ ਹੋਏ ਨਹਿਰ ਦੇ ਪਾਣੀ ਦੇ ਵਿੱਚ ਸੁੱਟ ਦਿਆ ਕਰੇ, ਦੂਸਰੇ ਹੱਥ ਦੇ ਨਾਲ ਮੁੱਠੀ ਭਰਿਆ ਕਰੇ ਤੇ ਦੁੱਧ ਵੇਚਣ ਵਾਲੇ ਦੇ ਵੱਲ ਸਿੱਟ ਦਿਆ ਕਰੇ, ਸਾਰਾ ਥੈਲਾ ਖਾਲੀ ਕਰਤਾ। ਘਰ ਆਏ, ਪਤਨੀ ਕਹਿਣ ਲੱਗੀ ਅੱਜ ਧਨ ਬੜਾ ਘੱਟ ਹੈ। ਗਿਣਤੀ ਕਰਕੇ ਵੇਖੀ, ਓਨੇ ਹੀ ਧਨ ਦੀ ਪ੍ਰਾਪਤੀ ਹੋਈ ਜਿੰਨਾ ਧਨ ਦਾ ਦੁੱਧ ਵੇਚਿਆ ਸੀ। ਜਿਹੜਾ ਉਹਦੇ ਵਿੱਚ ਵੱਧ ਪਾਣੀ ਪਾ ਕੇ ਵੇਚਦੇ ਸੀ, ਉਹ ਧਨ ਸਾਰੇ ਦਾ ਸਾਰਾ ਪਾਣੀ ਦੇ ਵਿੱਚ ਚਲਿਆ ਗਿਆ। ਤੋ ਕਹਿਣ ਲੱਗਿਆ, ਕਹਿੰਦੇ ਅੱਜ ਪਰਮਾਤਮਾ ਨੇ ਮੈਨੂੰ ਸੋਝੀ ਬਖਸ਼ੀ ਹੈ। ਕਿ ਤੂੰ ਇਹ ਬੇਈਮਾਨੀ ਨਹੀਂ ਕਰਨੀ। ਪਰਮਾਤਮਾ ਭਰਥਰੀ ਰਾਜੇ ਨੂੰ ਜਦੋਂ ਸੋਝੀ ਬਖਸ਼ੀ, ਕਿਸੇ ਦੀਆਂ ਮੱਚਦੀਆਂ ਹੋਈਆਂ ਅੱਗ ਦੀਆਂ ਲਾਟਾਂ ਉੱਚੀਆਂ ਉੱਚੀਆਂ ਵੇਖ ਕੇ ਭਰਥਰੀ ਨੂੰ ਸੋਝੀ ਆ ਗਈ। ਚਲਿਆ ਗਿਆ ਜੰਗਲ ਦੇ ਵੱਲ ਨਾਮ ਜਪਣ ਵਾਸਤੇ। ਕੁਦਰਤੀ ਨਿਯਮਾਂ ਦੇ ਵਿੱਚ ਜਿਹੜਾ ਹੈਗਾ, ਬਹੁਤ ਜਗ੍ਹਾ ਤੇ ਪਰਮਾਤਮਾ ਬੰਦੇ ਨੂੰ ਵਾਰੀ-ਵਾਰੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਕੇ ਸਮਝਾਉਂਦਾ ਹੈ। ਕੁਦਰਤੀ ਨਿਯਮਾਂ ਦੇ ਵਿੱਚ ਔਰ ਕੁਦਰਤੀ ਨਿਯਮਾਂ ਦੇ ਵਿੱਚ ਇਹ ਤਿੰਨੇ ਅਵਸਥਾ ਦੇ ਵਿੱਚ ਪਰਮਾਤਮਾ ਇਹਨੂੰ ਕੁਦਰਤ ਸਭ ਕੁਝ ਬਖਸ਼ਦੀ ਹੈ। ਬਚਪਨ ਦੇ ਵਿੱਚ, ਜਵਾਨੀ ਦੇ ਵਿੱਚ ਅਤੇ ਬੁਢੇਪੇ ਦੇ ਵਿੱਚ, ਤਿੰਨੇ ਅਵਸਥਾ ਨੇ। ਤੇ ਕੁਦਰਤ ਪਰਮਾਤਮਾ ਨੇ ਇਹੋ ਜਿਹੀ ਸਾਜੀ ਹੋਈ ਹੈ, ਇਹਨਾਂ ਤਿੰਨੇ ਅਵਸਥਾ ਦੇ ਵਿੱਚ ਪਰਮਾਤਮਾ ਕੁਦਰਤੀ ਨਿਯਮਾਂ ਰਾਹੀਂ ਮਨੁੱਖ ਨੂੰ ਸਮਝਾਉਂਦੇ ਨੇ। ਜਿਹੜਾ ਬਾਲਪਨ ਹੈ, ਬਚਪਨ ਹੈ, ਜਵਾਨੀ ਹੈ ਅਤੇ ਬੁਢੇਪਾ ਹੈ, ਇਹਦੇ ਵਿੱਚ ਵੀ ਗੁਰੂ ਸਾਹਿਬ ਜੀ ਮਹਾਰਾਜ ਬੜਾ ਸਮਝਾਉਂਦੇ ਨੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਜਦੋਂ ਆਪ ਜੀਆਂ ਦਾ ਉਮਰ ਲਗਭਗ ਤਕਰੀਬਨ 4 ਸਾਲ ਦੀ ਸੀ। 4 ਸਾਲ ਦੀ ਗੋਬਿੰਦ ਰਾਏ ਜੀ ਮਹਾਰਾਜ ਪਟਨਾ ਸਾਹਿਬ ਦੀ ਧਰਤੀ ਤੇ ਛੋਟੇ ਹੁੰਦਿਆਂ ਹੀ ਗੋਬਿੰਦ ਰਾਏ ਜੀ ਬਾਣਾ ਪਾ ਲੈਂਦੇ ਸਨ। ਵਿਲੱਖਣਤਾ ਵਾਲਾ ਬਾਣਾ ਗੋਬਿੰਦ ਰਾਏ ਮਹਾਰਾਜ ਜੀਆਂ ਦੇ ਹੁੰਦਾ ਸੀ। ਬਾਲਕਾਂ ਦੇ ਨਾਲ ਖੇਡਦੇ ਰਹਿਣਾ, ਬਾਲ ਲੀਲਾ, ਬੱਚਿਆਂ ਦੀ ਟੋਲੀ ਬਣਾ ਲੈਣੀ ਤੇ ਉਹਨਾਂ ਦੇ ਨਾਲ ਖੇਡਦੇ ਰਹਿਣਾ। ਉਹਨਾਂ ਦੇ ਨਾਲ ਖੇਡਦਿਆਂ ਖੇਡਦਿਆਂ ਬਚਪਨ ਦੇ ਵਿੱਚ ਵੱਖਰਾ ਬਾਣਾ ਪਾਇਆ ਹੁੰਦਾ ਸੀ ਤੇ ਬੜੇ ਪਿਆਰੇ ਲੱਗਦੇ ਸੀ ਗੋਬਿੰਦ ਰਾਏ ਜੀ। ਇੱਕ ਦਿਨ ਬਾਲਕਾਂ ਦੇ ਨਾਲ ਖੇਡਦੇ ਖੇਡਦੇ ਜਿਹੜਾ ਫਤਿਹ ਚੰਦ ਮੈਣੀ ਰਾਜਾ ਹੋਇਆ ਉੱਥੋਂ ਦਾ, ਉਹਦੀ ਰਾਣੀ ਵਿਸੰਬਰਾ ਦੇਵੀ ਦੇ ਸਾਹਮਣੇ ਚਲੇ ਗਏ। ਹੁਣ ਜਿਹੜਾ ਫਤਿਹ ਚੰਦ ਮੈਣੀ ਰਾਜਾ ਸੀ, ਇਹਦੇ ਘਰ ਦੇ ਵਿੱਚ ਕੋਈ ਔਲਾਦ ਨਹੀਂ ਸੀ ਤੇ ਜਦ ਵਿਸੰਬਰਾ ਦੇਵੀ ਨੇ ਗੋਬਿੰਦ ਰਾਏ ਜੀਆਂ ਦੇ ਬਾਣਾ ਪਾਇਆ, ਤੱਕਿਆ ਤੇ ਗੋਬਿੰਦ ਰਾਏ ਜੀਆਂ ਦਾ ਚਿਹਰਾ ਦੇਖ ਕੇ, ਦਗ ਦਗ ਚਿਹਰਾ ਦੇਖ ਕੇ ਇਹ ਵਿਸੰਬਰਾ ਦੇਵੀ ਰਾਣੀ ਦੇ ਮਨ ਵਿੱਚ ਖਿਆਲ ਆਇਆ ਕਿ ਮੇਰੇ ਪਰਮੇਸ਼ਰ ਕੋਈ ਦਿਨ ਐਸਾ ਵੀ ਲਿਆ ਦੇ ਕਿ ਮੇਰੇ ਘਰ ਦੇ ਵਿੱਚ ਇਹੋ ਜਿਹਾ ਬਾਲਕ ਖੇਡਦਾ ਹੋਵੇ। ਇਹੋ ਜਿਹਾ ਬਾਲਕ ਮੇਰੇ ਘਰ ਦੇ ਵਿੱਚ ਖੇਡਦਾ ਹੋਵੇ। ਛੋਟੇ ਜਿਹੀ ਉਮਰ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੂੰ ਮਾਤਾ ਜੀ ਦਸਤਾਰਾ ਸਜਾ ਕੇ, ਬਾਣਾ ਪਵਾ ਕੇ ਫਿਰ ਘਰੋਂ ਬਾਲਕਾਂ ਦੇ ਨਾਲ ਖੇਲਣ ਤੋਰਦੇ ਸਨ। ਜਿਹੜਾ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦਾ ਬਾਣਾ ਹੈ, ਇਹ ਹਰ ਇੱਕ ਗੁਰਸਿੱਖ ਦੇ ਘਰ ਦੇ ਵਿੱਚ ਹੋਣਾ ਲਾਜ਼ਮੀ ਜ਼ਰੂਰੀ ਹੈ। ਹਰ ਇੱਕ ਬੱਚੇ ਦੇ, ਹਰ ਇੱਕ ਗੁਰਸਿੱਖ ਦੇ ਇਹ ਸਤਿਗੁਰੂ ਮਹਾਰਾਜ ਜੀਆਂ ਦਾ ਜਿਹੜਾ ਬਾਣਾ ਹੈ, ਇਹ ਲਾਜ਼ਮੀ ਹੈ ਕਿ ਹਰ ਇੱਕ ਦੇ ਬਾਣਾ ਪਾਇਆ ਹੋਵੇ। ਕਿਉਂਕਿ ਸਤਿਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਦ ਅਸੀਂ ਜੀਵਨ ਪੜ੍ਹਦੇ ਹਾਂ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਤਾਰ ਸਜਾਉਣ ਦੇ ਮੁਕਾਬਲੇ ਕਰਾਉਂਦੇ ਹੁੰਦੇ ਸਨ। ਸ਼ਾਸਤਰ ਦੇ, ਘੋੜ ਸਵਾਰੀ ਦੇ ਇਤਿਆਦਿ ਤੇ ਵਾਜਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜਾ ਕੋਈ ਸੋਹਣੀ ਦਸਤਾਰ ਸਜਾਉਂਦਾ ਤੇ ਵਾਜਬ ਗੁਰੂ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਇਨਾਮ ਵੀ ਬਖਸ਼ਦੇ ਸਨ। ਇਨਾਮ ਵੀ ਬਖਸ਼ਦੇ ਸੀ ਕਿ ਜਿਹਨੇ ਦਸਤਾਰਾ ਵਧੀਆ ਸਜਾਇਆ, ਦਮਾਲਾ ਸਾਹਿਬ ਸਜਾਇਆ, ਨਿਹੰਗ ਸਿੰਘ ਦਮਾਲਾ ਸਾਹਿਬ ਸਜਾਉਂਦੇ ਨੇ, ਤੋ ਜਿਹੜਾ ਬਾਣਾ ਹੈ ਇਹ ਹਰ ਇੱਕ ਦੇ ਘਰ ਦੇ ਵਿੱਚ, ਗੁਰਸਿੱਖ ਦੇ ਘਰ ਦੇ ਵਿੱਚ ਹਰ ਇੱਕ ਬੱਚੇ ਦੇ ਹੋਣਾ ਲਾਜ਼ਮੀ ਜ਼ਰੂਰੀ ਹੈ। ਤੇ ਕੇਵਲ ਇਕੱਲੇ ਬੱਚਿਆਂ ਦਾ ਨਹੀਂ, ਇਹ ਹਰ ਇੱਕ ਦੇ ਬਾਣਾ ਪੂਰਨ ਰੂਪ ਦੇ ਵਿੱਚ ਪਾਇਆ ਹੋਣਾ ਜ਼ਰੂਰੀ ਹੈ। ਸਮੇਂ ਦੇ ਦੌਰ ਦੇ ਵਿੱਚ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦਾ ਜਿਹੜਾ ਬਾਣਾ ਹੈ, ਇਹ ਮਨੁੱਖ ਬਾਣਾ ਪਾਉਣ ਤੋਂ ਵੀ ਝਿਜਕਦੇ ਨੇ। ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਸਾਨੂੰ ਕਿਰਪਾ ਕਿਰਪਾਨ ਦੀ ਬਖਸ਼ਿਸ਼ ਕੀਤੀ ਹੈ। ਤਾਂ ਬਥੇਰੇ ਸਰੀਰ ਐਸੇ ਹੁੰਦੇ ਨੇ ਜਿਹੜੇ ਵਿਚਾਰੇ ਕਿਰਪਾਨ ਵੀ ਸਰੀਰ ਦੇ ਬਾਣੇ ਦੇ ਉੱਪਰ ਦੀ ਨਹੀਂ ਪਾਉਂਦੇ, ਇਹਨੂੰ ਵੀ ਲੁਕੋ ਕੇ ਰੱਖਦੇ ਨੇ। ਪਿੱਛੇ ਜੇ ਇੱਕ ਕਰਮ ਹੋਇਆ ਸੀ, ਧਾਰਮਿਕ ਪ੍ਰੋਗਰਾਮ ਰੱਖਿਆ ਗਿਆ
ਉਹਦੇ ਵਿੱਚ ਕੌਣ ਸੀ? ਸਾਰੇ ਦੇ ਸਾਰੇ ਧਾਰਮਿਕ ਬੰਦੇ। ਚਲੋ ਮੈਂ ਨਾਮ ਨਹੀਂ ਲਵਾਂਗਾ। ਸਾਰੇ ਧਾਰਮਿਕ ਬੰਦੇ ਇਕੱਠੇ ਹੋਏ, ਜਦ ਉਹਨਾਂ ਦਾ ਮੁਖੀਆ ਆਇਆ ਨਾ, ਤੇ ਉਹਨੇ ਆ ਕੇ ਦੇਖਿਆ ਕਿ ਸਾਰੇ ਧਾਰਮਿਕ ਬੰਦੇ ਆ, ਸਾਰਿਆਂ ਦਾ ਅੰਮ੍ਰਿਤਪਾਨ ਕੀਤਾ ਹੈ। ਇਹ ਜਿਹੜੀ ਕਿਰਪਾਨ ਹੈ ਕਿਸੇ ਦੇ ਉੱਪਰ ਦੀ ਪਾਈ ਨਹੀਂ ਹੋਈ, ਸਾਰਿਆਂ ਨੇ ਕੱਪੜਿਆਂ ਦੇ ਥੱਲੇ ਦੀ ਪਾਈ ਹੋਈ ਹੈ। ਫਿਰ ਉਹਨਾਂ ਦਾ ਮੁਖੀਆ ਸੀ ਜਿਹੜਾ, ਉਹਨੇ ਕਾਫੀ ਲੰਬਾ ਸਮਾਂ ਜਿਹੜੀ ਸੀ ਉਹਨਾਂ ਮੁਲਾਜ਼ਮਾਂ ਦੀ ਲਾਭਾ ਕੀਤੀ ਹੈ ਕਿ ਬਾਣਾ ਪੂਰਨ ਰੂਪ ਦੇ ਵਿੱਚ ਗੁਰਸਿੱਖ ਸਜਿਆ ਹੋਵੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇਹ ਬਾਣਾ ਬੜਾ ਪਿਆਰਾ ਲੱਗਦਾ ਹੈ। ਦਸਤਾਰਾ ਸਜਾਉਣਾ, ਦਮਾਲਾ ਸਾਹਿਬ ਸਜਾਉਣਾ, ਸਜ ਧੱਜ ਕੇ ਗੁਰੂ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਆਉਣਾ। ਸਜੇ ਧਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਗੋਬਿੰਦ ਰਾਏ ਜੀ ਮਹਾਰਾਜ, ਤੇ ਜਦੋਂ ਇਹ ਰਾਣੀ ਦੇ ਸਾਹਮਣੇ ਆਏ ਤੇ ਰਾਣੀ ਦੇ ਅੰਦਰੋਂ ਇੱਕ ਝਰਨਾ ਫੁੱਟਿਆ। ਐ ਮੇਰੇ ਪਰਮੇਸ਼ਰ, ਤੁਸੀਂ ਕਿਰਪਾ ਕਰ ਦਿਓ ਕਿ ਜਿਹੜਾ ਇਹ ਬਾਲਕ ਗੋਬਿੰਦ ਰਾਏ ਜੀ ਆ ਨਾ, ਜਿਹੋ ਜਿਹਾ ਇਹ ਬਾਲਕਾਂ ਦੇ ਨਾਲ ਖੇਡਦਾ ਫਿਰਦਾ, ਮੇਰੇ ਤੇ ਕਿਰਪਾ ਕਰ ਦਿਓ ਕਿ ਸੇਮ ਇਹੋ ਜਿਹਾ ਬਾਲਕ ਮੇਰੇ ਵੀ ਘਰ ਦੇ ਵਿੱਚ ਖੇਡੇ। ਅਮੀਰ ਬਹੁਤ ਸੀ। ਸਾਲ ਸਰਾਏ ਜੌਹਰੀ ਦਾ ਜਿਹੜਾ ਸੀ ਇਹਨਾਂ ਦਾ ਪਿਛੋਕੜ ਸੀ, ਪੁਰਾਣੇ ਸਮੇਂ ਤੋਂ ਲੈ ਕੇ ਅਮੀਰ ਸੀਗੇ। ਗੋਬਿੰਦ ਰਾਏ ਜੀ ਮਹਾਰਾਜ ਨੇ ਇਹ ਗੱਲ ਸੁਣ ਲਈ ਹੈ, ਕਿਉਂਕਿ ਅੰਦਰ ਦੀਆਂ ਗੱਲਾਂ ਪਰਮੇਸ਼ਰ ਸੁਣਦੇ ਨੇ। ਜ਼ਬਾਨ ਦਾ ਬੋਲਿਆ ਹੋਇਆ ਸਾਰੀ ਦੁਨੀਆ ਸੁਣਦੀ ਹੈ, ਸਾਰੀ ਦੁਨੀਆ ਸੁਣਦੀ ਹੈ। ਤੇ ਜ਼ਬਾਨ ਦੇ ਬੋਲੇ ਹੋਏ ਬੋਲਾਂ ਦੇ ਵਿੱਚੋਂ ਦੁਨੀਆ ਸੁਣ ਕੇ ਤੱਤ ਵੀ ਕੱਢ ਲੈਂਦੀ ਹੈ। ਜਿਹੜਾ ਮਨੁੱਖ ਦੇ ਅੰਦਰ ਦਾ ਬੋਲਣਾ ਹੈ ਨਾ, ਅੰਤਰੀਵ ਕਰਨ, ਜਿਹਨੂੰ ਅਸੀਂ ਸੂਖਸ਼ਮ ਸਰੀਰ ਕਹਿੰਦੇ ਹਾਂ, ਸੂਖਸ਼ਮ ਜੀਵਨ ਕਹਿੰਦੇ ਹਾਂ, ਜਿਹਨੂੰ ਅਸੀਂ ਪਰਲੋਕ ਦੀ ਦੁਨੀਆ ਕਹਿੰਦੇ ਹਾਂ, ਜਿਹੜੇ ਮਨੁੱਖ ਦੇ ਅੰਦਰ ਦੀ ਦੁਨੀਆ ਹੈ। ਜਿਹੜਾ ਕੁਛ ਮਨੁੱਖ ਦਾ ਅੰਦਰ ਬੋਲਦਾ ਹੈ ਨਾ, ਭਾਵ ਸਿੱਧੇ ਵਚਨ ਦੇ ਵਿੱਚ ਕਹਿ ਦਈਏ, ਜਿਹੜੀਆਂ ਮਨੁੱਖ ਦੀਆਂ ਅੰਦਰਾਂ ਬੋਲਦੀਆਂ ਨੇ, ਉਹ ਪਰਮਾਤਮਾ ਸੁਣਦਾ ਹੈ। ਜ਼ਬਾਨ ਦਾ ਬੋਲਿਆ ਦੁਨੀਆ ਸੁਣਦੀ ਹੈ, ਅੰਦਰ ਦਾ ਬੋਲਿਆ ਪਰਮਾਤਮਾ ਸੁਣਦਾ ਹੈ। ਤਾਂ ਹੀ ਤੇ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਕਹਿ ਦਿੱਤਾ, ਵਿਨ ਬੋਲਿਆ ਸਭ ਕਿਛ ਜਾਣਦਾ, ਕਿਸ ਆਗਿਆ ਕੀਚੈ ਅਰਦਾਸ। ਤੈਨੂੰ ਤੇਰੀ ਇਸ ਜ਼ਬਾਨ ਦੇ ਵਿੱਚੋਂ ਬੋਲਣ ਦੀ ਲੋੜ ਹੀ ਨਹੀਂ ਪੈਣੀ। ਤੂੰ ਅੰਦਰੋਂ ਜੋ ਕੁਛ ਬੋਲ ਰਿਹਾ ਹੈ, ਸਭ ਕੁਛ ਪਰਮਾਤਮਾ ਨੂੰ ਤੇਰੀ ਬੇਨਤੀ ਪਹੁੰਚ ਰਹੀ ਹੈ, ਤੇਰੀ ਅਰਦਾਸ ਪਰਮਾਤਮਾ ਦੇ ਅੱਗੇ ਪਹੁੰਚ ਰਹੀ ਹੈ। ਜੋ ਕੁਛ ਵੀ ਤੂੰ ਅੰਦਰੋਂ ਬੋਲ ਰਿਹਾ ਹੈ, ਬਾਹਰ ਦਾ ਬੋਲਿਆ, ਜ਼ਬਾਨ ਦਾ ਬੋਲਿਆ ਦੁਨੀਆ ਸੁਣਦੀ ਹੈ, ਅੰਦਰ ਦਾ ਬੋਲਿਆ ਪਰਮਾਤਮਾ ਸੁਣਦੇ ਨੇ। ਤੇ ਜਿਹੋ ਜਿਹਾ ਮਨੁੱਖ ਬਾਹਰੋਂ ਆਪਣੇ ਬੋਲ ਰਿਹਾ ਹੈ, ਇਹ ਮਨੁੱਖ ਵੈਸਾ ਨਹੀਂ ਹੈ। ਇਨਸਾਨ ਇਹ ਉਹੀ ਹੈ ਜੋ ਕੁਛ ਇਹ ਅੰਦਰੋਂ ਬੋਲਦਾ, ਜਿਹੋ ਜਿਹਾ ਇਹ ਅੰਦਰੋਂ ਹੈ। ਬਾਹਰੋਂ ਤੇ ਮਨੁੱਖ ਸਾਰੇ ਦੇ ਸਾਰੇ ਚੰਗੇ ਲੱਗਦੇ ਨੇ, ਬਾਹਰ ਦਾ ਕੋਈ ਰੌਲਾ ਨਹੀਂ ਹੈ, ਰੌਲਾ ਅੰਦਰ ਦੀ ਦੁਨੀਆ ਦਾ ਚੱਲਦਾ ਹੈ। ਤੇ ਮਨੁੱਖ, ਅਸਲੀ ਮਨੁੱਖ ਉਹੀ ਹੈ ਜੋ ਕੁਛ ਇਹ ਅੰਦਰੋਂ ਹੈ। ਦੁਨੀਆਦਾਰੀ ਦੇ ਵਿੱਚ ਤੇ ਬਾਹਰ ਮਨੁੱਖ ਪਹਿਰਾਵਾ ਦੇਖ ਲੈਂਦਾ ਹੈ, ਬੋਲ ਚਾਲ ਦੇਖ ਲੈਂਦਾ ਹੈ, ਹੋਰ ਕੁਛ ਦੇਖ ਲੈਂਦਾ। ਪਰਮਾਤਮਾ ਇਹਨੂੰ ਬਾਹਰੀ ਰੂਪ ਦੇ ਵਿੱਚ ਘੱਟ ਦੇਖਦੇ ਨੇ, ਅੰਦਰੀ ਰੂਪ ਦੇ ਵਿੱਚ ਦੇਖਦੇ ਨੇ ਕਿ ਅੰਦਰੋਂ ਕੀ ਹੈ। ਫਿਰ ਜਿਹੜਾ ਮਨੁੱਖ ਦਾ ਅੰਦਰੋਂ ਸੂਖਸ਼ਮ ਜੀਵਨ ਹੈ, ਉਸੇ ਦੇ ਆਧਾਰ 'ਤੇ ਮਨੁੱਖ ਦੀ ਜ਼ਿੰਦਗੀ ਦੇ ਫੈਸਲੇ ਹੁੰਦੇ ਨੇ, ਉਸੇ ਦੇ ਆਧਾਰ 'ਤੇ ਹੁੰਦੇ ਨੇ। ਅੰਦਰ ਦੀ ਗੱਲ, ਵਿਸੰਬਰਾ ਦੇਵੀ ਨੇ ਜਦ ਗੋਬਿੰਦ ਰਾਏ ਜੀਆਂ 'ਤੇ ਬਚਨ ਕੀਤਾ ਅਕਾਲ ਪੁਰਖ ਦੇ ਅੱਗੇ, ਤੇ ਗੋਬਿੰਦ ਰਾਏ ਜੀ ਮਹਾਰਾਜ ਉਹਨਾਂ ਦੇ ਘਰ ਦੇ ਵਿੱਚ ਆ ਗਏ ਨੇ। ਘਰ ਦੇ ਵਿੱਚ ਆ ਕੇ
ਫਤਿਹ ਚੰਦ ਮੈਣੀ ਦੀ ਰਾਣੀ ਬਿਸੰਬਰਾ ਦੇਵੀ ਦੇ ਨਾਲ ਖੇਡਣ ਲੱਗ ਗਏ ਨੇ ਬਾਲ ਲੀਲਾ ਗੋਬਿੰਦ ਰਾਏ ਜੀ ਮਹਾਰਾਜ। ਸ਼ਬਦ ਕਿਹਾ ਉੱਥੇ ਖੇਲਦੇ ਖੇਲਦਿਆਂ ਨੇ ਗੋਬਿੰਦ ਰਾਏ ਜੀ ਕਹਿਣ ਲੱਗੇ, ਮਾਂ ਅੱਜ ਤੇਰੇ ਘਰ ਦੇ ਵਿੱਚ ਸਾਰਾ ਦਿਨ ਖੇਲਾਂਗੇ। ਜਦ ਮਾਂ ਸ਼ਬਦ ਕਿਹਾ ਤੇ ਜਿਹੜਾ ਮਾਂ ਸ਼ਬਦ ਹੈ ਇਹ ਸਿਵਾਏ ਆਪਣੇ ਬੱਚੇ ਤੋਂ ਬਿਨਾਂ ਹੋਰ ਕੋਈ ਕਹਿੰਦਾ ਨਹੀਂ ਹੈ। ਜਿਹੜਾ ਮਾਂ ਸ਼ਬਦ ਹੈ ਅਤੇ ਬਾਪ ਸ਼ਬਦ ਹੈ, ਇਹ ਦੋਨੇ ਜਿਹੜੇ ਸ਼ਬਦ ਨੇ ਇਹ ਆਪਣੇ ਬੱਚੇ ਦੀ ਜ਼ੁਬਾਨ ਦੇ ਵਿੱਚੋਂ ਹੀ ਨਿਕਲਦੇ ਨੇ। ਕੋਈ ਦੂਸਰਿਆਂ ਦੇ ਬੱਚੇ ਮਾਂ ਔਰ ਬਾਪ ਜਿਹੜੇ ਨੇ ਉਹ ਨਹੀਂ ਕਹਿੰਦੇ। ਅਗਰਵਾਈਜ਼ ਜੇ ਕਹਿ ਵੀ ਦੇਣਗੇ, ਮੰਨ ਲਿਆ ਕਿ ਕਿਸੇ ਬੱਚੇ ਨੇ ਕਹਿ ਦਿੱਤਾ ਸਾਨੂੰ ਮਾਂ ਤੇ ਬਾਪ, ਪਰ ਜਿਹੜਾ ਰਸ ਭਰਿਆ ਆਪਣੇ ਬੱਚੇ ਦੀ ਜ਼ੁਬਾਨ ਦੇ ਵਿੱਚ ਹੋਵੇਗਾ ਦੂਜੇ ਦੀ ਜ਼ੁਬਾਨ ਤੇ ਕਿੱਥੇ ਹੈ, ਨਹੀਂ ਮਿਲਦਾ। ਕੁਰਬਾਨ ਕੀਤਾ ਤਿਸੈ ਵਿਟੋਂ ਜਨ ਮੋਹ ਮੀਠਾ ਲਾਇਆ। ਆਪਣਾ ਬੱਚਾ ਜ਼ੁਬਾਨ ਦੇ ਵਿੱਚੋਂ ਇੱਕ ਵਾਰੀ ਮਾਂ ਸ਼ਬਦ ਕਹਿ ਦੇ, ਮਾਂ ਉਹਦੇ ਉੱਤੋਂ ਦੀ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੰਦੀ ਹੈ। ਦੂਸਰੇ ਦਾ ਬੱਚਾ ਜੇ ਲੱਖ ਵਾਰੀ ਵੀ ਉਹਨੂੰ ਮਾਂ ਕਹਿ ਦੇ, ਮਾਂ ਉਸ ਨੂੰ ਮੰਨਦੀ ਨਹੀਂ ਹੈ। ਕੁਰਬਾਨ ਜਾਈ ਉਸ ਪਰਮਾਤਮਾ ਤੋਂ ਜਿਨ ਇਹ ਮੋਹ ਮੀਠਾ ਲਾਇਆ। ਐਨੀ ਮੋਹ ਦੇ ਵਿੱਚ ਪਰਮਾਤਮਾ ਨੇ ਮਿਠਾਸ ਭਰੀ ਹੋਈ ਹੈ। ਮਾਂ ਆਪਣੇ ਆਪ ਨੂੰ ਮਾਂ ਮੰਨਦੀ ਨਹੀਂ ਹੈ। ਆਪਣੇ ਬੱਚੇ ਨੇ ਜਦੋਂ ਮਾਂ ਕਿਹਾ, ਪਰ ਇਹ ਦੁਨਿਆਵੀ ਤੱਤ ਨੇ। ਇੱਕ ਪਾਸੇ ਗੋਬਿੰਦ ਰਾਏ ਜੀ ਮਹਾਰਾਜ, ਗੋਬਿੰਦ ਰਾਏ ਮਹਾਰਾਜ ਜੀਆਂ ਨੇ ਕਿਹਾ, ਮਾਂ ਅੱਜ ਤੇਰੇ ਘਰ ਦੇ ਵਿੱਚ ਸਾਰਾ ਦਿਨ ਅਸੀਂ ਖੇਲਾਂਗੇ, ਤੇਰੇ ਘਰ ਵਿੱਚ। ਜਦ ਇਹ ਮਾਂ ਸ਼ਬਦ ਕਿਹਾ ਤੇ ਬਿਸੰਬਰਾ ਦੇਵੀ ਰਾਣੀ ਦਾ ਸਾਰੇ ਦਾ ਸਾਰਾ ਅੰਦਰ ਠੰਡਾ ਹੋ ਗਿਆ, ਅੰਦਰ ਠੰਡਾ ਹੋ ਗਿਆ ਹੈ। ਮੈਨੂੰ ਤੇ ਅੱਜ ਤੱਕ ਕਿਸੇ ਨੇ ਮਾਂ ਨਹੀਂ ਕਿਹਾ ਸੀ, ਗੋਬਿੰਦ ਰਾਏ ਜੀ ਆ ਕੇ ਮੈਨੂੰ ਮਾਂ ਕਹਿ ਰਹੇ ਨੇ। ਉਹਨਾਂ ਸਮਿਆਂ ਦੇ ਵਿੱਚ ਜਿੱਥੇ ਬਾਲਕ ਖੇਡਦੇ ਹੁੰਦੇ ਸੀ ਉਸ ਧਰਤੀ ਨੂੰ ਬਜ਼ੁਰਗ ਸੀ ਜਿਹੜੇ ਭਾਗਾਂ ਵਾਲੀ ਸਮਝਦੇ ਹੁੰਦੇ ਸੀ। ਭਾਗਾਂ ਵਾਲੀ ਕਿ ਇਹ ਭਾਗਾਂ ਵਾਲੀ ਧਰਤੀ ਹੈ ਜਿੱਥੇ ਬਾਲਕ ਇਕੱਠੇ ਖੇਡਦੇ ਨੇ। ਪੁਰਾਣੇ ਜ਼ਮਾਨੇ 'ਚ ਬੱਚੇ ਸੀ ਜਿਹੜੇ ਉਹ ਇਕੱਠੇ ਖੇਡਦੇ ਹੁੰਦੇ ਸੀ। ਇਸ ਤੋਂ ਥੋੜ੍ਹਾ ਸਮਾਂ ਵੀ ਪਹਿਲਾਂ ਬੱਚੇ ਇਕੱਠੇ ਖੇਡਦੇ ਹੁੰਦੇ ਸੀ। ਪੁਰਾਣੇ ਜ਼ਮਾਨਿਆਂ ਦੇ ਵਿੱਚ ਖੇਡਦੇ ਹੋਏ ਬੱਚਿਆਂ ਨੂੰ ਸਿਆਣੇ ਬਜ਼ੁਰਗ ਬਹੁਤਾ ਡਾਂਟਦੇ ਨਹੀਂ ਸੀ। ਅੱਜ ਤੇ ਬੱਚੇ ਗੁਆਂਢੀਆਂ ਦੇ ਘਰੇ ਜੇ ਚਲਿਆ ਜਾਵੇ ਤੇ ਮਾਂ ਬਾਪ ਉਹਨੂੰ 3 ਦਿਨ ਡਾਂਟਦੇ ਰਹਿੰਦੇ ਨੇ। ਬੱਚੇ ਅਕਸਰ ਜਿਹੜੇ ਨੇ ਪਰਮਾਤਮਾ ਦਾ ਰੂਪ ਹੁੰਦੇ ਨੇ ਤੇ ਬੱਚਿਆਂ ਨੂੰ ਬੱਚੇ ਪਿਆਰੇ ਲੱਗਦੇ ਨੇ, ਇਕੱਠੇ ਰਲ ਕੇ ਖੇਲਦੇ ਨੇ, ਇਕੱਠੇ ਰਲ ਕੇ ਖੇਲਦੇ ਨੇ। ਮਾਂ ਬਾਪ ਦੀ ਨਫ਼ਰਤ ਭਰੀ ਜ਼ਿੰਦਗੀ ਬੱਚਿਆਂ ਤੇ ਇੰਨੀ ਹੈਵੀ ਹੋ ਗਈ ਹੈ, ਬੱਚਿਆਂ ਨੇ ਖੇਡਣਾ ਹੀ ਬੰਦ ਕਰ ਦਿੱਤਾ, ਬੰਦ ਕਰ ਦਿੱਤਾ। ਮਾਂ ਬਾਪ ਦੀਆਂ ਦਿੱਤੀਆਂ ਹੋਈਆਂ ਸੁੱਖ ਦੀਆਂ ਸਹੂਲਤਾਂ ਬੱਚਿਆਂ ਤੇ ਇੰਨੀ ਹੈਵੀ ਹੋ ਗਈਆਂ, ਸਭ ਦੀਆਂ ਸਭ ਖੇਲਾਂ ਭੁੱਲ ਗਏ ਨੇ ਬੱਚੇ ਖੇਡਣਾ, ਸਭ ਦੀਆਂ ਸਭ ਖੇਲਾਂ ਭੁੱਲ ਗਏ ਨੇ। ਬਹੁਤ ਸਾਰੀਆਂ ਖੇਲਾਂ ਜਿਹੜੀਆਂ ਸਾਡੇ ਪੰਜਾਬ ਦੇ ਵਿੱਚ ਖੇਡਦੇ ਸੀ ਬੱਚੇ ਪੁਰਾਣੇ ਜ਼ਮਾਨਿਆਂ ਦੇ ਵਿੱਚ, ਉਹ ਸਭ ਦੀਆਂ ਸਭ ਅਲੋਪ ਹੋ ਗਈਆਂ। ਨਵੀਂ ਤਕਨੀਕ ਆ ਗਈ ਹੈ, ਬੱਚਿਆਂ ਨੇ ਭੱਜਣਾ ਨੱਠਣਾ ਬੰਦ ਕਰ ਦਿੱਤਾ ਹੈ, ਬੱਚਿਆਂ ਨੇ ਹੱਸਣਾ ਬੰਦ ਕਰ ਦਿੱਤਾ ਹੈ, ਬੱਚਿਆਂ ਨੇ ਬਹੁਤਾ ਲੰਮਾ ਸਮੇਂ ਤੱਕ ਸੌਣਾ ਬੰਦ ਕਰ ਦਿੱਤਾ ਹੈ। ਇਹ ਬੜਾ ਕੁਛ ਬਣ ਗਿਆ ਤੇ ਅੱਜ ਦੇ ਅਜੋਕੇ ਸਮੇਂ ਦੇ ਬੱਚਿਆਂ ਦੇ ਉਹ ਸਰੀਰ ਨਹੀਂ ਰਹੇ ਜਿਹੜੇ ਸਰੀਰ ਉਹਨਾਂ ਬੱਚਿਆਂ ਦੇ ਤਾਕਤਵਰ ਹੁੰਦੇ ਸੀ। ਭਾਗਾਂ ਵਾਲੀ ਉਹ ਧਰਤੀ ਸਮਝੀ ਜਾਂਦੀ ਸੀ ਜਿੱਥੇ ਬੱਚੇ ਖੇਡਦੇ ਸੀ। ਸਾਰਾ ਦਿਨ ਬਾਲਕ ਗੋਬਿੰਦ ਰਾਏ ਜੀ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਖੇਲਦੇ ਰਹੇ ਫਤਿਹ ਚੰਦ ਮੈਣੀ ਦੇ ਮਹਿਲਾਂ ਦੇ ਵਿੱਚ, ਬਿਸੰਬਰਾ ਦੇਵੀ ਦੇ ਘਰ ਦੇ ਵਿੱਚ। ਭਾਵੇਂ ਰਾਜਾ ਸੀ ਤੇ ਬਾਲਕ ਤੇ ਸਾਰੇ ਇਕੱਠੇ ਸਨ, ਸਾਰੇ ਇਕੱਠੇ ਸੀ।
ਬਾਲਕ ਖੇਲਦੇ ਖੇਲਦੇ ਜਦ ਦੁਪਹਿਰ ਦਾ ਸਮਾਂ ਹੋ ਗਿਆ ਤੇ ਗੋਬਿੰਦ ਰਾਏ ਜੀ ਕਹਿਣ ਲੱਗੇ, ਮਾਂ ਸਾਨੂੰ ਬੜੀ ਭੁੱਖ ਲੱਗੀ ਹੈ ਤੇ ਅਸੀਂ ਸਾਰਿਆਂ ਨੇ ਭੋਜਨ ਛਕਣਾ, ਜੇ ਤੇਰੇ ਘਰ ਦੇ ਵਿੱਚ ਕੁਛ ਬਣਿਆ ਤੇ ਸਾਨੂੰ ਸਾਰਿਆਂ ਨੂੰ ਛਕਾ ਦੇ। ਉਹਨਾਂ ਸਮਿਆਂ ਦੇ ਵਿੱਚ ਸੀ ਜਿਹੜਾ ਅਕਸਰ ਭੋਜਨ ਤਿਆਰ ਕਰਕੇ ਸੁੱਚੇ ਭੋਜਨ ਨੂੰ ਰੱਖਿਆ ਜਾਂਦਾ ਸੀ ਘਰਾਂ ਵਿੱਚ। ਵਿਸੰਬਰਾ ਦੇਵੀ ਕਹਿਣ ਲੱਗੀ, ਗੋਬਿੰਦ ਰਾਏ ਜੀ ਹਾਂ ਮੇਰੇ ਘਰੇ ਭੋਜਨ ਬਣਿਆ ਹੈ, ਤੁਸੀਂ ਇੱਥੇ ਜਰਾ ਬੈਠੋ ਤੇ ਅਸੀਂ ਤੁਹਾਨੂੰ ਭੋਜਨ ਛਕਾਉਂਦੇ ਹਾਂ। ਉਹਨਾਂ ਸਮਿਆਂ ਦੇ ਵਿੱਚ ਛੋਲੇ ਪੁਰੀਆਂ ਤੇ ਕਈ ਇਤਿਹਾਸਕਾਰਾਂ ਨੇ ਵੱਖੋ ਵੱਖਰਾ ਲਿਖਿਆ ਹੈ, ਘੁੰਗਣੀਆਂ ਇਤਿਆਦਿਕ, ਜਿਹੜਾ ਇਹ ਪੁਰਾਣੇ ਜ਼ਮਾਨਿਆਂ ਦੇ ਵਿੱਚ ਇਹਨੂੰ ਜ਼ਿਆਦਾਤਰ ਤਰਜੀਹ ਦਿੱਤੀ ਜਾਂਦੀ ਸੀ ਭੋਜਨ ਨੂੰ। ਤੇ ਗੋਬਿੰਦ ਰਾਏ ਜੀ ਆਪਣੇ ਸਾਥੀਆਂ ਸਮੇਤ ਬੈਠ ਗਏ ਨੇ, ਛਕਾਓ। ਛਕ ਲਏ ਤ੍ਰਿਪਤ ਹੋ ਕੇ ਗੋਬਿੰਦ ਰਾਏ ਜੀ ਕਹਿਣ ਲੱਗੇ, ਮਾਂ ਤੇਰੀ ਇੱਕ ਅਰਦਾਸ ਪਹੁੰਚੀ ਸੀ ਪਰਮਾਤਮਾ ਦੇ ਚਰਨਾਂ ਵਿੱਚ, ਪਰ ਚੇਤੇ ਰੱਖੀ ਜੋ ਤੂੰ ਅਰਦਾਸ ਕੀਤੀ ਸੀ ਉਹ ਤੇਰੀ ਪੂਰਨ ਹੋ ਗਈ ਹੈ। ਜੋ ਤੇਰੀ ਡਿਮਾਂਡ ਸੀ ਪਰਮਾਤਮਾ ਅੱਗੇ ਕਿ ਗੋਬਿੰਦ ਰਾਏ ਜੀ ਵਰਗਾ ਮੇਰੇ ਘਰ ਦੇ ਵਿੱਚ ਬਾਲਕ ਖੇਲੇ, ਮਾਂ ਚੇਤੇ ਰੱਖੀ ਕਿ ਗੋਬਿੰਦ ਰਾਏ ਵਰਗਾ ਦੁਨੀਆ ਤੇ ਹੋਰ ਤੇ ਕੋਈ ਪੈਦਾ ਨਹੀਂ ਹੋ ਸਕਦਾ, ਪਰ ਇਹ ਗੋਬਿੰਦ ਰਾਏ ਅੱਜ ਤੋਂ ਬਾਅਦ ਤੇਰੇ ਮਹਿਲਾਂ ਦੇ ਵਿੱਚ ਹੀ ਖੇਲਿਆ ਕਰੂਗਾ। ਬੋਲੋ ਸਤਨਾਮ। ਇਹ ਗੋਬਿੰਦ ਰਾਏ ਜੀ ਅੱਜ ਤੋਂ ਬਾਅਦ ਸਾਥੀਆਂ ਸਮੇਤ ਤੇਰੇ ਮਹਿਲਾਂ ਦੇ ਵਿੱਚ ਖੇਲ ਕੇ ਅਸੀਂ ਤਾਂ ਇੱਥੇ ਭੋਜਨ ਪਾਣੀ ਛਕਿਆ ਕਰਾਂਗੇ। ਐ ਮੇਰੀ ਧਰਮ ਦੀ ਮਾਂ ਤੂੰ ਚੇਤੇ ਰੱਖੀ, ਕੋਈ ਅੱਜ ਦਾ ਨਹੀਂ ਗੱਲ, ਅੱਜ ਤੇ ਕੱਲ ਦੀ ਗੱਲ ਨਹੀਂ ਹੈ। ਰਹਿੰਦੀ ਦੁਨੀਆ ਤੱਕ ਗੋਬਿੰਦ ਰਾਏ ਜੀ ਕਹਿੰਦੇ ਮੈਂ ਤੇਰੇ ਇਸ ਮਹਿਲਾਂ ਦੇ ਵਿੱਚ ਆ ਕੇ ਭੋਜਨ ਛਕਦਾ ਰਹਾਂਗਾ, ਰਹਿੰਦੀ ਦੁਨੀਆ ਤੱਕ। ਪਰ ਆਵਾਂਗਾ ਹਮੇਸ਼ਾ ਬਾਲਕ ਦੇ ਰੂਪ ਦੇ ਵਿੱਚ, ਬਾਲਕ ਦੇ ਰੂਪ ਦੇ ਵਿੱਚ। ਅੱਜ ਵੀ ਜਦੋਂ ਉੱਥੇ ਸਾਰੀ ਨਿਤਨੇਮ ਦੀ ਸਮਾਪਤੀ ਹੁੰਦੀ ਹੈ ਨਾ, ਤੇ ਸਮਾਪਤੀ ਤੋਂ ਬਾਅਦ ਅੱਜ ਵੀ ਲੰਗਰ ਛਕਾਇਆ ਜਾਂਦਾ ਹੈ। ਲੰਗਰ ਜਿੰਨੇ ਨੇੜੇ ਤੇੜੇ ਦੇ ਉੱਥੇ ਬੱਚੇ ਨੇ, ਉਹਨਾਂ ਸਾਰੇ ਦੇ ਸਾਰੇ ਬੱਚੇ ਆ ਕੇ ਲੰਗਰ ਦੇ ਵਿੱਚ ਬਹਿੰਦੇ ਨੇ। ਅੱਜ ਵੀ ਗੋਬਿੰਦ ਰਾਏ ਮਹਾਰਾਜ ਜੀਆਂ ਦੇ ਬਚਨ ਅਟਲ ਨੇ, ਕਹਿਣ ਲੱਗੇ ਮਾਂ ਰਹਿੰਦੀ ਦੁਨੀਆ ਤੱਕ ਲੰਗਰ ਛਕੂੰ। ਅੱਜ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਕੇ ਆਪਣੀ ਧਰਮ ਦੀ ਮਾਂ ਦੇ ਘਰੇ ਲੰਗਰ ਛਕਦੇ ਨੇ ਗੋਬਿੰਦ ਰਾਏ ਜੀ ਮਹਾਰਾਜ। ਅੱਜ ਵੀ ਵਿਸੰਬਰਾ ਦੇਵੀ ਦੇ ਜਿਹੜਾ ਬਾਲਕ ਦੀ ਜਿਹੜੀ ਉਹਦੀ ਤਮੰਨਾ ਸੀ, ਗੋਬਿੰਦ ਰਾਏ ਜੀਆਂ ਨੇ ਐਸੇ ਖੇਲ ਖੇਲੇ ਉਹਦੇ ਮਹਿਲਾਂ ਦੇ ਵਿੱਚ ਕਿ ਆਪਣਾ ਬਾਲਕ ਗੋਬਿੰਦ, ਉਹ ਫਤਿਹ ਚੰਦ ਮੈਣੀ ਦੀ ਰਾਣੀ ਸੀ ਜਿਹੜੀ, ਉਹ ਆਪਣੇ ਬਾਲਕ ਨੂੰ ਹੀ ਭੁੱਲ ਗਈ ਕਿ ਮੇਰੇ ਘਰ ਵੀ ਬੱਚਾ ਹੋਵੇ। ਖੇਲਦੇ ਖੇਲਦੇ ਇੰਨੀ ਰਚ ਗਈ, ਗੋਬਿੰਦ ਰਾਏ ਜੀਆਂ ਨੂੰ ਆਪਣਾ ਹੀ ਬਾਲਕ ਸਮਝਣਾ ਸ਼ੁਰੂ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਤਕਰੀਬਨ ਗਾਲਬਨ 4 ਸਾਲਾਂ ਦੀ ਉਮਰ ਸੀ ਗੁਰੂ ਗੋਬਿੰਦ ਰਾਏ ਮਹਾਰਾਜ ਜੀਆਂ ਦੀ ਉਸ ਵਕਤ। ਰੱਬੀ ਕੌਤਕ ਵਰਤਾ ਗਏ, ਬੜੀ ਉਹ ਬਾਗੋ ਬਾਗ ਹੋਈ, ਕਹਿ ਲੱਗੀ ਕਮਾਲ ਦੀ ਗੱਲ ਹੈ ਕਿ ਗੋਬਿੰਦ ਰਾਏ ਜੀ ਆਪਣੇ ਸਾਥੀਆਂ ਨੂੰ ਲੈ ਕੇ ਨਿੱਤ ਮੇਰੇ ਘਰ ਦੇ ਵਿੱਚ ਖੇਲਣਾ। ਅੱਜ ਮੈਂ ਪਰਮਾਤਮਾ ਤੋਂ ਇਹ ਮੰਗੀ, ਆਪਣੀ ਮੰਗਣੀ ਬੰਦ ਕਰ ਦਿੱਤੀ ਹੈ ਕਿ ਗੋਬਿੰਦ ਰਾਏ ਵਰਗਾ ਲਾਲ ਮੇਰੇ ਘਰ ਵਿੱਚ ਹੋਵੇ। ਲਾਲ ਤੇ ਮੇਰੇ ਘਰ ਦੇ ਵਿੱਚ ਆ ਗਿਆ, ਪਰਮਾਤਮਾ ਦਾ ਰੂਪ ਮੇਰੇ ਘਰ ਦੇ ਵਿੱਚ ਆਦਾ ਹੈ, ਔਰ ਪਰਮਾਤਮਾ ਆ ਕੇ ਰੂਪ ਬਣ ਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੇਰੇ ਘਰ ਦੇ ਵਿੱਚ ਖੇਲਦਾ ਹੈ। ਬਾਲ ਲੀਲਾ ਗੋਬਿੰਦ ਰਾਏ ਮਹਾਰਾਜ ਜੀਆਂ ਦੇ ਰੱਬੀ ਕੌਤ, ਉਹਦੇ ਅੰਦਰ ਦੀ ਜਿਹੜੀ ਭਾਵਨਾ ਸੀ ਬਾਲਕ ਵਾਲੀ ਕਿ ਮੇਰੇ ਘਰ ਬੇਟਾ ਹੋਵੇ ਵੀ ਗੋਬਿੰਦ ਰਾਏ ਜੈਸਾ, ਉਹ ਅੰਦਰ ਦੀ ਭਾਵਨਾਵਾਂ ਹੀ ਖਤਮ ਹੋ ਗਈ। ਕਿਉਂਕਿ ਗੁਰੂ ਗੋਬਿੰਦ ਰਾਏ ਮਹਾਰਾਜ ਜੀਆਂ ਨੇ ਨਿੱਤ ਘਰ ਦੇ ਵਿੱਚ ਜਾ ਕੇ ਖੇਲਣਾ ਤੇ ਮਾਂ ਮਾਂ ਕਹਿ ਕੇ ਆਪਣੀ ਜ਼ੁਬਾਨ ਦੇ ਵਿੱਚੋਂ ਉਹਨੂੰ ਬੁਲਾਉਣਾ।
गुरु गोबिंद सिंह जी महाराज दियां ने। हर एक मनुख की डिमांड तमन्ना इच्छा जिहड़ी है इस घर दे विचों पूरी हुंदी है। इस घर दे विचों बस मनुख दे कोल बर्तन होवे, जिहड़े बर्तन दे विच इहने दात पाउणी है परमात्मा दी, बर्तन होवे। सागर दे विच पता नहीं किन्ना क पानी है, पर जिहो जा कोई एक घड़ा ले जे, कोई एक घड़ा भर के ले आवेगा, कोई दो ले जे दो भर के ले आएगा, कोई उस तो 3 ले जे, कोई उस तो घट ले जे, वध ले जे। जिन्ना क किसी कोले साधन होवेगा सागर चों भर के ते पानी उन्ना की लैके आवेगा ना। परमात्मा दे इस घर दे विच हर एक प्रकार की दात मनुख वास्ते तैयार पई है, पर मनुख ने अपना बर्तन तैयार करना है कि मैं भांडा किड्डा क लैके जाना है। मेरे कोल बर्तन होवे तो गुरु साहिब जी महाराज जी से जिहड़े गुरु गोबिंद सिंह जी महाराज बाल लीला तो रह के जिहड़े बाणे दे विच पूर्ण रूप दे विच सज के रहिंदे सी, पूर्ण रूप दे विच सज के रहना। ते ऐसे बालक सी जिहड़े ਉਹ अकाल पुरख महाराजियां नूं बड़े प्यारे लगदे सी। गुरु गोबिंद सिंह महाराज जी जदों वडेरी उम्र दे विच आए ने ते फिर गुरु साहिब जी महाराज दस्तार सजाउण दियां, बाणे दियां, बाणी पढ़न दियां, बाणी कंठ करन दियां, ਇਹ सारे दे सारे मुकाबले करते रहे ने। पर ਜਿਹੜੀ गुरु गोबिंद सिंह महाराजियां दी ਇਹ सानूं देण सी, ਇਹ ਤੇ बिल्कुल सी ਜਿਹੜੀ माफ़ करना साडे गुरु घरां दे विचों अलोप हो गई है। कोई बाणी का मुकाबला नहीं है, किसी नूं बाणी नहीं पढ़ाई जा रही, किसी नूं सुनाई नहीं जा रही, कोई दस्तार मुकाबले नहीं है, कोई इनाम नहीं है, कोई बच्चों नूं इतिहास बारे जानकारी नहीं दी जा। सब दियां सब चीज़ां गुरु घरां दे विचों अलोप हो गई ने। फिर असीं कहने आ बच्चे पातत पुणे वाल चले गए कि बच्चों का कसूर है कि पातत पुणे वाल क्यों चले गए? असीं बच्चों नूं देन ही की दित्ती है। असी तो ज्यों ही बच्चे सुरत संभालते हैं दस दिने कि तेरे चाचे ना बोलना, ताए ना तू बोलना नहीं, किहड़े रिश्तेदार ना बोलना, की तो नफरत मननी है। जिन्नी नफरत साडे अंदर है सब दी सब असी बच्चों के अंदर भर दिंदे हैं, ते जो कुछ असी कीता है वही साडे बच्चे कर रहे हैं। जिन्नी नफरत भरी जिंदगी साडी लंघी है उन्नी नफरत असी अपने बच्चों के अंदर भरी है। प्यार वाली जिंदगी तो बच्चों के अंदर रही नहीं है। बच्चे भी एक दूजे तो बड़ी नफरत करते हैं, बड़ियां लड़ाइयां करते हैं, बड़ा कुछ करते हैं। बच्चे कदे अपनी माँ की गल नहीं मन रहे, बच्चे कदे बाप की गल नहीं मन रहे। गजब की गल है कि बच्चे माँ और बाप बच्चे नूं बड़े सुचज्जे ढंग दे नाल पालन पोषण करते हैं, वड्डे होके बच्चे उन्हां तो पाततपुणे वाल चले जाते हैं। तो ये जिहड़ा है जिहड़ी साडी मेन जड़ सी, मुੱਢ सी साडा, असीं अपनियां जड़ां आप उखाड़ लईआं। हुण किसी नूं दोष देण दी लोड़ नहीं है। जिहड़े दरख्त दीआं जड़ां ही हल जाण, पत्ते टहनियां ते आपे आप ही सुक जांदे ने उहदे। तो गुरु साहिब जी महाराज ने बाल लीला दे विच गोबिंद राय महाराजियां ने अनेकां कौतक रचे और पूर्ण बाणे दे विच सज के महाराज जी रहिंदे सन। हर एक नूं बड़े प्यारे लगदे सन। सो गुरु साहिब जी महाराजियां ने ये जिहड़ा जिन्नी भी मर्यादा चलाई सी, गुरु गोबिंद सिंह महाराजियां ने परमात्मा दे घर दे विच घोड़ सवारी, गतका सीखना, गतका सिखाउणा, शास्त्र विद्या, घोड़ सवारी विद्या, गुरबाणी पढ़नी सुननी, बाणा पाउणा, सब कुछ सी जिहड़ा ये गुरु घरां दे विच ही सिखाया जांदा सी। बड़ा दुख लगदा है कि जिन्नी मर्यादा गुरु गोबिंद सिंह महाराज ने तोरी सी, शायद कोई एक अद्धी तां भावें बच गई होवे, नहीं सब दी सब मर्यादा तोड़ती। एक अद्धी भावें बच गई होवे, वो भी उही बची है जिहड़ी मनुख दीआं नज़रां तो लांभे है, पासे हजे तक पता नहीं लग्या। जिद्दें पता लग गया छड्डनी वो भी नहीं, एको ही बची है। वो एक बची है बस। ये भी थोड़े चाह जे हालात आ ही रहे, यह भी थोड़े चिरां दे विच अलोप हो जानी। एको बची सी, कुछ जिहड़े बाले सियाणे पढ़े लिखे सूझवान सी उन्हां दीआं नज़रां 'च तां आ गई कि किहड़ी मर्यादा बची है।
ਹਜੇ ਜਿਹੜੇ ਅਨਪੜ੍ਹ ਨੇ ਇਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਲੱਗਿਆ, ਹੌਲੀ ਹੌਲੀ ਲੱਗ ਜੂਗਾ ਪਤਾ। ਤੇ ਉਹਨਾਂ ਨੇ ਇਹ ਕੰਮ ਸ਼ੁਰੂ ਵੀ ਕਰ ਲਿਆ ਵੀ ਜਿਹੜੀ ਮਰਿਆਦਾ ਬਚੀ ਸੀ ਉਹਨੂੰ ਵੀ ਅਲੋਪ ਕਿਵੇਂ ਕਰਨਾ, ਉਹਨਾਂ ਨੇ ਸ਼ੁਰੂ ਵੀ ਕਰ ਲਿਆ ਇਹ ਕੰਮ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ, ਅਕਾਲ ਪੁਰਖ ਜੀ ਸਿਰ 'ਤੇ ਮਿਹਰਾਂ ਦੇ ਹੱਥ ਰੱਖਣ। ਜੋ ਵੀ ਮਰਿਆਦਾ ਅਕਾਲ ਪੁਰਖ ਮਹਾਰਾਜ ਨੇ ਸਾਨੂੰ ਬਣਾ ਕੇ ਦਿੱਤੀ ਹੈ, ਉਸ ਮਰਿਆਦਾ ਦੇ ਵਿੱਚ ਅਸੀਂ ਪਰਪੱਖ ਰਹੀਏ। ਗੁਰੂ ਗੋਬਿੰਦ ਰਾਏ ਮਹਾਰਾਜ ਜੀਆਂ ਦੇ ਰੱਬੀ ਕੌਤਕ, ਅਨੇਕਾਂ ਕੌਤਕ ਪਟਨਾ ਸਾਹਿਬ ਦੀ ਧਰਤੀ 'ਤੇ ਵਰਤਾਏ। ਅੱਜ ਵੀ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਸਾਨੂੰ ਸੰਦੇਸ਼ ਨੇ, ਸਾਨੂੰ ਹੁਕਮ ਹੈ। ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦਾ ਹੁਕਮ ਮੰਨਣ ਦੇ ਅਸੀਂ ਯਤਨ ਪਏ ਕਰਦੇ ਹਾਂ। ਸਮਾਪਤੀ ਦਾ ਸਮਾਂ, ਭੁੱਲਾਂ ਚੁੱਕਾਂ ਦੀ ਖਿਮਾ, ਆਈਆਂ ਸੰਗਤਾਂ ਦਾ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।